ਹੈਲੋ ਸਟੂਡੈਂਟ, ਸਾਡਾ ਕਲਾਸ 11th ਦਾ ਕੈਮਿਸਟਰੀ ਦਾ ਚੈਪਟਰ ਚੱਲਦਾ ਪਿਆ ਹੈ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ। ਔਰ ਇਹਦੇ ਵਿੱਚ ਅਸੀਂ ਪੜ੍ਹਦੇ ਪਏ ਹਾਂ ਵੇਲੈਂਸ ਬੌਂਡ ਥਿਊਰੀ, ਜਿਹਨੂੰ ਅਸੀਂ ਬੋਲਦੇ ਨੇ VBT। ਔਰ ਇਹਦੇ ਵਿੱਚ ਅਸੀਂ ਅੱਜ ਪੜ੍ਹਾਂਗੇ ਡਾਇਰੈਕਸ਼ਨਲ ਪ੍ਰੋਪਰਟੀਜ਼ ਆਫ ਕੰਪਾਊਂਡ। ਦੇਖੋ ਡਾਇਰੈਕਸ਼ਨਲ ਪ੍ਰੋਪਰਟੀ ਕਿਹੜੀ ਹੁੰਦੀ ਆ ਔਰ ਇਹ ਕਿਤੇ ਡਿਪੈਂਡ ਕਰਦੀ ਆ। ਆਪਾਂ ਐਗਜ਼ਾਮਪਲ ਵਜੋਂ ਮੈਂ ਇੱਥੇ ਮਥੇਨ ਲਿਆ ਵਾ, CH4 ਲਿਆ ਵਾ, ਇੱਕ ਕੰਪਾਊਂਡ ਲੈ ਲਿਆ ਵਾ ਜਿਹਦੀ ਜਿਮੈਟਰੀ ਹੁੰਦੀ ਜੀ ਟਰਾਈਗੋਨਲ ਜਿਮੈਟਰੀ। ਇਹਦੀ ਜਿਹੜੀ ਟਰਾਈਗੋਨਲ ਜਿਮੈਟਰੀ ਆ ਉਹ ਸਾਨੂੰ ਕਿੱਥੋਂ ਪਤਾ ਲੱਗਦੀ ਆ ਜੀ? ਉਹ ਕਿਤੇ ਡਿਪੈਂਡ ਕਰਦੀ ਆ। ਵੇਖੋ ਜੀ, ਉਹ ਇੱਕ ਤੇ ਹਾਈਬ੍ਰਿਡਾਈਜੇਸ਼ਨ ਤੇ ਡਿਪੈਂਡ ਕਰਦੀ ਹੈ, ਦੂਸਰਾ ਓਵਰਲੈਪਿੰਗ ਆਫ ਐਟੋਮਿਕ ਆਰਬਿਟਲ। ਜਿਹੜੇ ਆਰਬਿਟਲ ਹੁੰਦੇ ਆ ਉਹ ਆਪਸ ਦੇ ਵਿੱਚ ਓਵਰਲੈਪ ਕਰਦੇ ਆ, ਉਹਦੇ ਬੇਸਿਸ ਤੇ ਹੀ ਉਹਦੀ ਜਿਮੈਟਰੀ, ਉਹਦਾ ਸ਼ੇਪ ਐਂਡ ਸਾਈਜ਼ ਜਿਹੜਾ ਸਾਨੂੰ ਪਤਾ ਲੱਗਦਾ ਵਾ। ਔਰ ਨਾਲ ਉਹਦੀ ਹਾਈਬ੍ਰਿਡਾਈਜੇਸ਼ਨ ਜਿਹੜੀ ਆ ਉਹ ਵੀ ਸਾਨੂੰ ਕੀ ਦੱਸਦੀ ਹੈ? ਉਹਦੀ ਜਿਮੈਟਰੀ ਦੱਸਦੀ ਹੈ, ਉਹਦਾ ਸ਼ੇਪ ਐਂਡ ਸਾਈਜ਼ ਦੱਸਦੀ, ਉਹਦੀ ਡਾਇਰੈਕਸ਼ਨਲ ਪ੍ਰੋਪਰਟੀ ਦੱਸਦੀ ਹੈ ਕਿ ਉਹਦੇ ਵਿੱਚ ਇੰਨਾ ਐਂਗਲ ਹੋਊਗਾ। ਉਹ ਐਂਗਲ ਸਾਨੂੰ ਆਪਣੇ ਆਪ ਤੇ ਬਣ ਨਹੀਂ ਜਾਂਦੇ, ਜਿਹੜੀਆਂ ਡਾਇਰੈਕਸ਼ਨਸ ਬਣਦੀਆਂ ਸਾਰੀਆਂ ਇਹਦੇ ਬੇਸਿਸ ਤੇ ਹੀ ਬਣਦੀਆਂ। ਕਿਤੇ ਬਣਦੀਆਂ ਜੀ ਹਾਈਬ੍ਰਿਡਾਈਜੇਸ਼ਨ ਤੇ ਔਰ ਓਵਰਲੈਪਿੰਗ ਆਫ ਐਟੋਮਿਕ ਆਰਬਿਟਲਸ ਤੇ। ਉਸ ਤੋਂ ਬਾਅਦ ਨੈਕਸਟ ਇਹਦੇ ਵਿੱਚ ਟੌਪਿਕ ਹੈਗਾ ਵਾ ਓਵਰਲੈਪ ਆਫ ਐਟੋਮਿਕ ਆਰਬਿਟਲ। ਵੈਰੀ ਇੰਪੋਰਟੈਂਟ ਟੌਪਿਕ ਹੈ ਜੀ। ਪਹਿਲਾਂ ਦੀ ਡੈਫੀਨੇਸ਼ਨ ਦੀ ਗੱਲ ਕਰ ਲੈਂਦੇ ਆ। ਵੈਨ ਐਟਮਸ ਕਮ ਕਲੋਜ਼ ਟੂ ਈਚ ਅਦਰ, ਕੋਈ ਐਟਮ ਹੈ ਆਪਸ ਦੇ ਵਿੱਚ ਕਲੋਜ਼ ਹੋ ਜਾਂਦੇ ਇੱਕ ਦੂਜੇ ਦੇ ਬਿਲਕੁਲ ਨੇੜੇ ਹੋ ਕੇ ਨੇੜੇ ਆ ਜਾਂਦੇ ਆ। ਜਿਵੇਂ ਫਾਰ ਐਗਜ਼ਾਮਪਲ ਆਪਾਂ ਇੱਦਾਂ ਕਰ ਲਈਏ, ਮੰਨ ਲਓ ਇਹ ਦੋਨੋਂ ਸਾਡੇ ਕੋਲ ਐਟਮ ਹੈ, ਇੱਦਾਂ ਬਿਲਕੁਲ ਨੇੜੇ ਆ ਜਾਂਦੇ ਆ। ਉਸ ਤੋਂ ਬਾਅਦ ਵੇਖੋ ਜੀ ਕੋਮਾ ਪਾ ਕੇ ਕੀ ਲਿਖਿਆ ਵਾ, ਦੇਰ ਇਜ਼ ਓਵਰਲੈਪਿੰਗ ਆਫ ਐਟੋਮਿਕ ਆਰਬਿਟਲਸ। ਉਸ ਤੋਂ ਬਾਅਦ ਕੀ ਕਰਦੇ, ਉਹ ਨੇੜੇ ਆ ਜਾਂਦੇ, ਇੱਦਾਂ ਕਰਕੇ ਇੱਕ ਦੂਜੇ ਦੇ ਉੱਤੇ ਓਵਰਲੈਪ ਕਰ ਜਾਂਦੇ ਆ। 1 ਮਿੰਟ ਵੇਟ ਕਰਨਾ ਜੀ, 1 ਮਿੰਟ ਇਹਦੇ ਵਾਸਤੇ ਵੇਟ ਕਰਨਾ। ਵੇਖੋ ਜੀ, ਇੱਦਾਂ ਇੱਕ ਦੂਜੇ ਦੇ ਉੱਤੇ ਓਵਰਲੈਪ ਕਰ ਜਾਂਦੇ, ਥੋੜਾ ਜਿਹਾ ਜਿਵੇਂ ਕਹਿ ਸਕਦੇ ਆ, ਜਿਵੇਂ ਇੱਕ ਇਹ ਐਟਮ ਹੈ, ਇੱਕ ਇਹ ਐਟਮ ਬਿਲਕੁਲ ਕਲੋਜ਼ ਆ ਜਾਂਦੇ ਆ ਔਰ ਇੱਕ ਦੂਜੇ ਨੂੰ ਉੱਤੇ ਢੱਕ ਲੈਂਦੇ, ਇੱਦਾਂ ਕਰਕੇ ਉਹਨੂੰ ਬੋਲ ਦਿੰਦੇ ਓਵਰਲੈਪਿੰਗ। ਉਸ ਤੋਂ ਬਾਅਦ ਵੇਖੋ ਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਲਿਖੀ ਹੈ, ਵੈਰੀ ਇੰਪੋਰਟੈਂਟ ਹੈ ਵੀ, ਦਾ ਓਵਰਲੈਪ ਮੇ ਬੀ ਪੋਜ਼ਿਟਿਵ, ਨੈਗੇਟਿਵ ਔਰ ਜ਼ੀਰੋ ਡਿਪੈਂਡਿੰਗ ਅਪੋਨ ਦਾ ਪ੍ਰੋਪਰਟੀਜ਼ ਆਫ ਓਵਰਲੈਪਿੰਗ ਆਰਬਿਟਲਸ। ਇਹਦੇ ਵਿੱਚ ਜਿਹੜੀ ਓਵਰਲੈਪਿੰਗ ਹੁੰਦੀ ਆ ਉਹ ਪੋਜ਼ਿਟਿਵ ਵੀ ਹੋ ਸਕਦੀ ਹੈ, ਨੈਗੇਟਿਵ ਵੀ ਹੋ ਸਕਦੀ ਹੈ, ਜ਼ੀਰੋ ਵੀ ਹੋ ਸਕਦੀ ਹੈ। ਔਰ ਕਿਤੇ ਡਿਪੈਂਡ ਕਰਦੀ ਆ? ਓਵਰਲੈਪਿੰਗ ਆਰਬਿਟਲ ਦੀ ਪ੍ਰੋਪਰਟੀ ਤੇ ਡਿਪੈਂਡ ਕਰਦੀ ਹੈ। ਅੱਗੇ ਆਪਾਂ ਥੋੜਾ ਹੋਰ ਅੱਗੇ ਜਾਂਦੇ ਹਾਂ। ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਸਾਡੇ ਕੋਲ ਪਹਿਲਾਂ ਸ਼ੈੱਲ ਹੁੰਦੇ ਆ, ਸ਼ੈੱਲ ਦੇ ਵਿੱਚ ਸਬ ਸ਼ੈੱਲ ਹੁੰਦੇ ਆ, ਫਿਰ ਆਰਬਿਟਲ ਹੁੰਦੇ ਆ। ਉਹਦੇ ਵਾਸਤੇ ਅਸੀਂ ਐਗਜ਼ਾਮਪਲ ਲਈ, ਐਗਜ਼ਾਮਪਲ ਦੇ ਤੌਰ ਤੇ ਜੀ ਅਸੀਂ ਇੱਥੇ ਕੀ ਲਿਆ ਵਾ, ਇੱਥੇ ਹੀ P ਆਰਬਿਟਲ ਲਿਆ ਵਾ, ਸੌਰੀ P ਸਬ ਸ਼ੈੱਲ ਲਿਆ ਵਾ। ਇਹਦੇ ਵਿੱਚ ਅਸੀਂ ਕੀ ਲਿਆ ਜੀ? P ਮੈਂ ਲਿਖਿਆ ਹੀ ਆ ਪਹਿਲਾਂ ਹੀ, P ਸਬ ਸ਼ੈੱਲ ਲਿਆ ਵਾ। P ਸਬ ਸ਼ੈੱਲ ਦੇ ਵਿੱਚ ਵੇਖੋ ਜੀ ਹੋਰ ਆਰਬਿਟਲ ਹੁੰਦੇ ਆ। ਕਿਹੜੇ ਆਰਬਿਟਲ ਲਿਆ? ਹੁਣ ਵੇਖੋ, ਤੁਹਾਨੂੰ ਪਤਾ ਜਿਹੜਾ P ਸਾਡਾ ਸਬ ਸ਼ੈੱਲ ਆ ਉਹਦੇ ਵਿੱਚ 3 ਆਰਬਿਟਲ ਹੁੰਦੇ, 3 ਰੂਮ ਫ੍ਰੀ ਹੁੰਦੇ ਆ, ਜਿਹਨੂੰ ਅਸੀਂ ਬੋਲਦੇ ਨੇ PZ, PX, PY। ਜਿਹੜਾ PZ ਆ, ਚਲੋ ਮੈਂ ਤੁਹਾਨੂੰ ਬਾਅਦ ਚ ਐਕਸਪਲੇਨ ਕਰੂੰਗਾ। ਇਹਦੇ ਵਿੱਚ 3 ਰੂਮ ਹੁੰਦੇ ਆ, ਇਹ ਤਿੰਨਾਂ ਨੂੰ ਕੀ ਬੋਲਾਂਗੇ? P ਤੇ ਸਾਡਾ ਸਾਰਾ ਜਿਹੜਾ ਸਬ ਸ਼ੈੱਲ ਹੋ ਗਿਆ। ਔਰ ਜਿਹੜੇ ਇਹਦੇ ਵਿੱਚ ਅੱਗੇ ਜਾ ਕੇ ਆਰਬਿਟਲ ਬਣਦੇ ਆ ਉਹ ਕਿਹੜੇ ਆ? PZ, PX, PY। ਇਸੇ ਕਰਕੇ ਅਸੀਂ ਲਿਆ ਵਾ PZ, PX, PY ਇਜ਼ ਇਕੁਅਲ ਟੂ ਆਰਬਿਟਲ। ਇਹਨੇ ਤਿੰਨੇ ਸਾਡੇ ਕੀ ਆ? ਆਰਬਿਟਲ। ਤੁਹਾਨੂੰ ਪਤਾ P ਦੇ ਵਿੱਚ ਸਾਡੇ 3 ਰੂਮ ਹੁੰਦੇ ਆ ਜਿਹਨਾਂ ਨੂੰ ਅਸੀਂ ਆਰਬਿਟਲ ਬੋਲਦੇ ਆ, ਔਰ ਉਹਨਾਂ ਨੂੰ ਅਸੀਂ ਤਿੰਨਾਂ ਡਾਇਰੈਕਸ਼ਨ ਦੇ ਵਿੱਚ ਵੰਡ ਲਿਆ, PZ, PX, PY। ਔਰ ਜਿਹੜਾ P ਇਕੱਲਾ ਕੀ ਆ? ਇਹ ਸਾਰਾ ਸਾਡਾ P ਆ, ਇਹਨੂੰ ਕੋ ਬੋਲਾਂਗੇ ਸਬ ਸ਼ੈੱਲ। ਔਰ ਸਬ ਸ਼ੈੱਲ ਦੇ ਵਿੱਚ ਜਾ ਕੇ ਕੀ ਆ ਜੀ? ਆਰਬਿਟਲ ਹੈ। ਉਸ ਤੋਂ ਬਾਅਦ ਵੇਖੋ ਜੀ, ਜਿਹੜਾ ਸਾਡਾ ਇਹਦੇ ਵਿੱਚ P ਆਰਬਿਟਲ ਹੈ, ਜਾਂ ਆਪਾਂ ਕਹਿ ਸਕਦੇ P ਆਰਬਿਟਲ ਦੀ ਸ਼ੇਪ ਕਿੱਦਾਂ ਦੀ ਹੋਊਗੀ? ਇਹਦੀ ਡੰਬਲ ਸ਼ੇਪ ਹੋਊਗੀ ਜੀ, ਇਹਦੀ ਇਦਾਂ ਕਰਕੇ ਡੰਬਲ ਸ਼ੇਪ ਹੋਊਗੀ। ਆਪਾਂ ਬਣਾ ਕੇ ਵਿਖਾ ਦਿੰਦੇ ਆ, ਇਦਾਂ ਕਰਕੇ ਜਿਵੇਂ ਡੰਬਲ ਹੁੰਦਾ ਨਾ ਜੀ ਐਕਸਰਸਾਈਜ਼ ਕਰਨ ਵਾਲਾ, ਉਦਾਂ ਕਰਕੇ ਇਹਦੀ ਡੰਬਲ ਸ਼ੇਪ ਹੁੰਦੀ ਹੈ, ਇਦਾਂ ਕਰਕੇ ਜਿਵੇਂ 8 ਹੁੰਦਾ ਨਾ, ਇਦਾਂ ਦੀ ਫਾਰਮ ਦੇ ਵਿੱਚ ਹੁੰਦਾ ਵਾ। ਉਸ ਤੋਂ ਬਾਅਦ ਵੇਖ ਲੈਂਦੇ ਆ ਜੀ, ਇਹਦੇ ਵਿੱਚ ਵੇਖੋ ਜੀ PZ ਜਿਹੜਾ ਵਾ, ਜਿਵੇਂ ਇਹ PZ ਮੈਂ ਸ਼ੁਰੂ ਦੇ ਉੱਤੇ ਲਿਖਿਆ ਵਾ, ਜਿਹੜਾ ਇਹ PZ ਡਾਇਰੈਕਸ਼ਨ ਹੈ ਜਾਂ ਜਿਹੜਾ PZ ਇਹਦੇ ਵਿੱਚ ਜਾਂ PZ ਆਰਬਿਟਲ ਆ, ਉਹਨੂੰ ਹੀ ਬੇਸ ਮੰਨਦੇ ਆ। ਬੇਸ ਮੀਨ ਰੈਫਰੈਂਸ ਮੰਨਦੇ ਆ। ਉਸ ਤੋਂ ਬਾਅਦ ਜਾਂ ਕਹਿ ਸਕਦੇ ਆ ਇੰਟਰਨਿਊਕਲੀਅਸ ਐਕਸਿਸ ਵੀ ਕਹਿ ਦਿੰਦੇ ਆ ਇਹਨੂੰ ਆਪਾਂ, ਇੰਟਰਨਿਊਕਲੀਅਸ ਐਕਸਿਸ ਵੀ। ਜਿਵੇਂ ਅਸੀਂ ਘਰ ਬਣਾਉਣੇ ਆ, ਘਰ ਦੇ ਥੱਲੇ ਪਹਿਲਾਂ ਕੀ, ਜਦੋਂ ਫਾਊਂਡੇਸ਼ਨ ਬਣਾਉਣੇ ਨਹੀਂ ਬਣਾਉਣੇ ਆ, ਜਦੋਂ ਵੀ ਘਰ ਬਣਾਉਣੇ ਆ, ਡੂੰਗੀ ਅਸੀਂ ਮਿੱਟੀ ਪੁੱਟਦੇ ਆ, ਪਹਿਲਾਂ ਉਹਦੇ ਵਿੱਚ ਇੱਟਾਂ ਰੱਖ ਕੇ ਉਹਦੀ ਨੀਂਹ ਧਰਦੇ ਆ, ਉਹਨੂੰ ਅਸੀਂ ਬੇਸ ਕਹਿ ਦਿੰਦੇ ਆ, ਉਹਦੀ ਫਾਊਂਡੇਸ਼ਨ ਕਹਿ ਦਿੰਦੇ ਆ। ਉਦਾਂ ਹੀ ਜਿਹੜਾ PZ ਆ ਇਹਦੇ ਵਿੱਚ ਉਹਨੂੰ ਬੇਸ ਮੰਨ ਲਿਆ ਜਾਂਦਾ ਵਾ। ਬਹੁਤ ਮੋਸਟਲੀ ਕੈਮਿਸਟਰੀ ਦੇ ਵਿੱਚ ਇਹਨੂੰ ਬੇਸ ਮੰਨ ਕੇ ਚੱਲਦੇ ਆ PZ ਨੂੰ। ਜਦੋਂ ਵੀ ਆਪਾਂ ਕੋਈ ਵੀ ਕੰਮ ਕਰਦੇ, ਕੋਈ ਵੀ ਆਪਾਂ ਇਦਾਂ ਦੀ ਆਰਬਿਟਲ ਓਵਰਲੈਪਿੰਗ ਕਰਦੇ ਆ ਨਾ, ਜਿਹੜਾ PZ ਆ ਉਹਨੂੰ ਆਪਾਂ ਬੇਸ ਹੀ ਮੰਨ ਕੇ ਚੱਲਦੇ ਆ। ਉਸ ਤੋਂ ਬਾਅਦ ਆਪਾਂ ਵੇਖ ਲੈਂਦੇ ਆ ਜੀ, ਜਿਹੜਾ PZ ਸਾਡਾ ਬੇਸ ਹੈ, ਰੈਫਰੈਂਸ ਜਾਂ ਫਿਰ ਇੰਟਰਨਿਊਕਲੀਅਸ ਐਕਸਿਸ ਹੈ। ਔਰ ਇਹਨੂੰ ਮੈਂ ਤੁਹਾਨੂੰ ਅੱਗੇ ਕਰਕੇ ਵਿਖਾਉਣਾ ਵਾ। ਉਸ ਤੋਂ ਬਾਅਦ ਵੇਖੋ ਜੀ, ਅਸੀਂ ਇਹਦੀਆਂ ਸ਼ੇਪਸ ਦੀ ਗੱਲ ਕੀਤੀ ਆ। ਦੇਖੋ ਜੀ, P ਆਰਬਿਟਲ ਸ਼ੇਪ ਦੀ ਗੱਲ ਕੀਤੀ ਆ। ਜਿਹੜੀਆਂ P ਆਰਬਿਟਲਸ ਆ ਉਹਦੀਆਂ ਸ਼ੇਪ ਕਿੱਦਾਂ ਦੀਆਂ ਹੁੰਦੀਆਂ? ਪਹਿਲਾਂ ਵੇਖ ਲਓ ਜੀ, PZ ਦੀ ਸ਼ੇਪ ਇਦਾਂ ਹੁੰਦੀ ਹੈ, ਬਿਲਕੁਲ 180 ਡਿਗਰੀ ਦੇ। ਇੱਕ ਸਾਈਡ ਨੈਗੇਟਿਵ ਹੁੰਦੀ ਹੈ, ਇੱਕ ਸਾਈਡ ਪੋਜ਼ਿਟਿਵ ਹੁੰਦੀ ਹੈ। ਔਰ ਇਹ ਮੈਂ Z ਕਿਉਂ ਲਿਖਿਆ ਵਾ? ਮੀਨ ਇਹ ਜਿਹੜਾ Z ਇਹਦਾ ਐਕਸਿਸ ਹੈ, ਇਦਾਂ ਕਰਕੇ ਐਕਸਿਸ ਹੈ। ਮੈਂ ਬਣਾ ਕੇ ਵਿਖਾ ਦਿੰਦਾ ਇੱਕ ਮਿੰਟ। ਉਸ ਤੋਂ ਬਾਅਦ PX ਦੀ ਗੱਲ ਕਰ ਲਓ ਜੀ, ਸਾਡਾ PX ਆ,
ਬਿਲਕੁਲ 90 ਡਿਗਰੀ ਦੇ ਉੱਤੇ ਆ। ਔਰ ਇਹ ਵਾਲਾ ਜੈਡ ਜਿਹੜਾ ਰੈਫਰੈਂਸ ਐਕਸਿਸ ਜਿਹਨੂੰ ਆਪਾਂ ਨੇ ਕਹਿੰਦੇ ਜੈਡ ਅਸੀਂ ਬੇਸ ਮੰਨਦੇ ਆ, ਰੈਫਰੈਂਸ ਮੰਨਦੇ ਆ। ਉਸ ਤੋਂ ਬਾਅਦ ਪੀ ਵਾਈ ਦੀ ਗੱਲ ਕਰ ਲਓ ਜੀ। ਪੀ ਵਾਈ ਜਿਹੜਾ ਵਾ ਇਹ ਉਹਦੇ ਨਾਲ 90 ਡਿਗਰੀ ਬਣਾਉਂਦਾ ਪਿਆ, ਕਹਿ ਸਕਦੇ ਇਹਦੇ ਨਾਲ 90 ਡਿਗਰੀ ਬਣਾਉਂਦਾ। ਮੈਂ ਤੁਹਾਨੂੰ ਇੱਕ ਵਾਰੀ ਬਣਾ ਕੇ ਦੱਸ ਦਿੰਦਾ ਵਾ। ਇਹ ਜਿਹੜਾ ਤੁਹਾਡਾ ਪੀ ਵਾਈ ਆ ਇਹ ਕਹਿ ਸਕਦੇ ਮਤਲਬ ਤਿੰਨੋਂ ਇੱਕ ਦੂਜੇ ਨਾਲ ਮਿਊਚੁਅਲੀ ਪਰਪੈਂਡੀਕੂਲਰ ਹੁੰਦੇ ਆ, ਮਿਊਚੁਅਲੀ 90 ਡਿਗਰੀ ਐਂਗਲ ਬਣਾਉਂਦੇ ਹੁੰਦੇ ਆ। ਪੀ ਵਾਈ ਜਿਹੜਾ ਵਾ ਇਦਾਂ ਦੀ ਡਾਇਰੈਕਸ਼ਨ ਚ ਵੀ ਇੱਕ ਸਾਈਡ ਪੋਜ਼ਿਟਿਵ ਇੱਕ ਸਾਈਡ ਨੈਗੇਟਿਵ। ਔਰ ਇਹ ਵਾਲਾ ਜਿਹੜਾ ਜੈਡ ਸਾਡਾ ਰੈਫਰੈਂਸ ਹੈ ਜਿਹਨੂੰ ਅਸੀਂ ਮੰਨਿਆ ਹੈ ਇੱਥੇ ਰੈਫਰੈਂਸ ਦਾ ਬੇਸ ਮੰਨਿਆ ਹੋਇਆ ਵਾ। ਉਸ ਤੋਂ ਬਾਅਦ ਐਕਚੁਅਲ ਦੇ ਵਿੱਚ ਇਹਦੀ ਡਾਇਰੈਕਸ਼ਨ ਕਿੱਦਾਂ ਦੀ ਹੁੰਦੀ ਹੈ ਜੀ। ਆਪਾਂ ਤਿੰਨ ਲਿਖੇ ਨਾ ਪੀ ਜ਼ੈਡ ਪੀ ਐਕਸ ਪੀ ਵਾਈ। ਵੇਖੋ ਜੀ ਇਹਦੀ ਡਾਇਰੈਕਸ਼ਨ ਇਦਾਂ ਹੁੰਦੀ ਹੈ ਜਿਵੇਂ ਮੰਨ ਲਓ ਇਹ ਤੁਹਾਡਾ ਐਕਸ ਹੋ ਗਿਆ, ਇਹ ਤੁਹਾਡਾ ਵਾਈ ਹੋ ਗਿਆ, ਇਹ ਤੁਹਾਡਾ ਜ਼ੈਡ ਹੋ ਗਿਆ। ਅਗਰ ਇਹ ਐਕਸ ਮੰਨਣਾ ਵਾ ਇਹਨੂੰ ਵਾਈ ਮੰਨਣਾ ਵਾ ਤੇ ਤੁਹਾਡਾ ਇਹ ਜ਼ੈਡ ਹੋ ਗਿਆ। ਠੀਕ ਹੈ ਜੀ, ਇਦਾਂ ਕਰਕੇ ਡਾਇਰੈਕਸ਼ਨ ਹੁੰਦੀ ਆ। ਪਲੀਜ਼ ਕਰਕੇ ਵੇਖ ਲਿਓ। ਤਿੰਨੇ ਇੱਕ ਦੂਜੇ ਨਾਲ 90 ਜਦੋਂ ਮਰਜ਼ੀ ਚੈੱਕ ਕਰ ਲਓ, ਸਾਰੇ ਬੰਨੇ 90 ਡਿਗਰੀ ਐਂਗਲ ਬਣੂਗਾ। ਠੀਕ ਹੈ ਜੀ, ਇਦਾਂ ਕਰਕੇ ਹੁੰਦੇ ਆ। ਉਸ ਤੋਂ ਬਾਅਦ ਵੇਖ ਲਓ ਜੀ ਆਪਾਂ ਗੱਲ ਕੀਤੀ ਸੀ ਇਹਦੇ ਵਿੱਚ ਆਪਾਂ ਡੈਫੀਨੇਸ਼ਨ ਤੁਹਾਨੂੰ ਦੱਸਿਆ ਪੋਜ਼ਿਟਿਵ ਓਵਰਲੈਪ, ਨੈਗੇਟਿਵ ਓਵਰਲੈਪ ਔਰ ਜ਼ੀਰੋ ਓਵਰਲੈਪ। ਹੁਣ ਪਹਿਲਾਂ ਹੀ ਗੱਲ ਕਰਾਂਗੇ ਪੋਜ਼ਿਟਿਵ ਓਵਰਲੈਪ ਦੀ ਔਰ ਨੈਗੇਟਿਵ ਓਵਰਲੈਪ ਦੀ। ਔਰ ਉਹਦੇ ਵਾਸਤੇ ਵੇਖੋ ਜੀ ਇੱਕ ਚੀਜ਼ ਹੋਰ ਤੁਸੀਂ ਸਮਝਣੀ ਇਹਦੇ ਵਿੱਚ, ਜਿੰਨੇ ਵੀ ਸਾਡੇ ਆਰਬਿਟਲ ਹੁੰਦੇ ਹਾਫ ਫਿਲਡ ਹੁੰਦੇ ਆ। ਹਾਫ ਫਿਲਡ ਮੀਨ ਇਹਦੇ ਵਿੱਚ ਇੱਕ ਹੀ ਇਲੈਕਟ੍ਰੋਨ ਹੁੰਦਾ ਵਾ, ਇਹਦੇ ਵਿੱਚ ਸਿਰਫ ਇੱਕ ਹੀ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦਾ ਵਾ। ਜਿਵੇਂ ਆਪਾਂ ਇੱਧਰ ਦੀ ਗੱਲ ਕਰ ਲਓ, ਇੱਧਰ ਵੀ ਇੱਕ ਇਲੈਕਟ੍ਰੋਨ ਹੋਊਗਾ, ਇੱਧਰ ਵੀ ਇੱਕ ਇਲੈਕਟ੍ਰੋਨ, ਇੱਧਰ ਵੀ ਇੱਕ ਇਲੈਕਟ੍ਰੋਨ, ਇੱਧਰ ਵੀ ਇੱਕ ਇਲੈਕਟ੍ਰੋਨ, ਇੱਧਰ ਵੀ ਇੱਕ ਇਲੈਕਟ੍ਰੋਨ, ਇੱਧਰ ਵੀ ਇੱਕ ਇਲੈਕਟ੍ਰੋਨ। ਇੱਕ ਇਲੈਕਟ੍ਰੋਨ ਹੋਊਗਾ, ਕਹਿ ਸਕਦੇ 1 ਇਲੈਕਟ੍ਰੋਨ ਹੋਊਗਾ, ਉਹਨੂੰ ਆਪਾਂ ਬੋਲਾਂਗੇ ਹਾਫ ਫਿਲਡ। ਵੇਖੋ ਜੀ ਅੱਗੇ ਪੋਜ਼ਿਟਿਵ ਓਵਰਲੈਪ ਔਰ ਨੈਗੇਟਿਵ ਓਵਰਲੈਪ ਦੇ ਵਿੱਚ ਕੀ ਹੁੰਦਾ ਵਾ। ਜਿਹੜੀ ਪਹਿਲੀ ਓਵਰਲੈਪ ਆ ਉਹ ਆਪਾਂ ਕਿਹਦੇ ਇਨ ਬਿਟਵੀਨ ਕੀਤੀ ਆ। ਇੱਕ ਮੇਰੇ ਤੋਂ ਇੱਧਰ ਪੀਜ਼ੈਡ ਆਰਬਿਟਲ ਹੈ, ਇੱਕ ਮੇਰੇ ਤੋਂ ਸੈਕੰਡ ਪੀਜ਼ੈਡ ਆਰਬਿਟਲ ਆ। ਦੋਨਾਂ ਦੇ ਵੇਖੋ ਦੋਨਾਂ ਦੇ ਜਿਹੜੇ ਐਂਡ ਆ ਜਾਂ ਦੋਨਾਂ ਦੇ ਹੈਡ ਜਿਹੜੇ ਆਪਸ ਦੇ ਵਿੱਚ ਓਵਰਲੈਪ ਕਰਦੇ ਪਏ, ਇਦਾਂ ਜੁੜਦੇ ਪਏ, ਇੱਕ ਦੂਜੇ ਦੇ ਉੱਤੇ ਚੜ੍ਹਦੇ ਪਏ ਜਾਂ ਇਦਾਂ ਕਰਕੇ ਓਵਰਲੈਪਿੰਗ ਕਰਦੇ ਪਏ। ਔਰ ਵੇਖੋ ਇਹਦਾ ਪੋਜ਼ਿਟਿਵ ਔਰ ਇਹਦਾ ਪੋਜ਼ਿਟਿਵ ਦੋਨੋਂ ਆਪਸ ਦੇ ਵਿੱਚ ਓਵਰਲੈਪਿੰਗ ਕਰਦੇ ਪਏ। ਅਗਰ ਦੋਨੋਂ ਸਾਈਡ ਪੋਜ਼ਿਟਿਵ ਆ ਮੀਨ ਸਾਡਾ ਇਹ ਪੋਜ਼ਿਟਿਵ ਓਵਰਲੈਪ ਦਾ ਐਗਜ਼ਾਮਪਲ ਹੈ। ਨੈਗੇਟਿਵ ਓਵਰਲੈਪ ਵੀ ਇਹਨਾਂ ਦੇ ਵਿੱਚ ਹੋ ਜਾਂਦੀ ਹੈ। ਨੈਗੇਟਿਵ ਓਵਰਲੈਪ ਦੇ ਵਿੱਚ ਵੇਖੋ ਜੀ ਇੱਕ ਸਾਡਾ ਪੀਜ਼ੈਡ ਆਰਬਿਟਲ ਇੱਧਰ ਆ, ਇੱਕ ਸਾਡਾ ਪੀਜ਼ੈਡ ਆਰਬਿਟਲ ਇੱਧਰ ਆ। ਇੱਧਰ ਵੇਖੋ ਜੀ ਇਹਦੀ ਪੋਜ਼ਿਟਿਵ ਸਾਈਡ ਆ ਪਹਿਲੇ ਵਾਲੇ ਦੀ, ਸੈਕੰਡ ਵਾਲੇ ਦੀ ਨੈਗੇਟਿਵ ਸਾਈਡ ਆ। ਦੋਨੋਂ ਆਪਸ ਦੇ ਵਿੱਚ ਓਵਰਲੈਪਿੰਗ ਕਰਦੀਆਂ ਪਈਆਂ। ਇਹ ਸਾਡੀ ਨੈਗੇਟਿਵ ਓਵਰਲੈਪ ਦੀ ਐਗਜ਼ਾਮਪਲ ਹੈ। ਉਸ ਤੋਂ ਬਾਅਦ ਇਹੋ ਐਗਜ਼ਾਮਪਲ ਅਸੀਂ ਪੀਐਕਸ ਦੇ ਨਾਲ ਲੈ ਲੈਂਦੇ ਹਾਂ। ਹੁਣ ਪੀਐਕਸ ਦੇ ਵਿੱਚ ਵੇਖੋ ਜੀ ਇੱਕ ਸਾਡੇ ਕੋਲ ਇਹ ਪੀਐਕਸ ਆਰਬਿਟਲ ਹੈ, ਸੈਕੰਡ ਇੱਕ ਪੀਐਕਸ ਆਰਬਿਟਲ ਹੈ। ਦੋਨੋਂ ਹੀ ਆਪਸ ਦੇ ਵਿੱਚ ਦੋਨਾਂ ਦੀਆਂ ਸਾਈਡ ਜਿਹੜੀਆਂ ਆਪਸ ਦੇ ਵਿੱਚ ਆਰਬਿਟ ਕਰਦੀਆਂ ਪਈਆਂ ਵਾ। ਉੱਪਰ ਵਾਲੀਆਂ ਦੋਨੋਂ ਸਾਈਡ ਨੈਗੇਟਿਵ ਹੈ, ਨੀਚੇ ਵਾਲੀਆਂ ਦੋਨੋਂ ਪੋਜ਼ਿਟਿਵ ਹੈ। ਕਹਿ ਸਕਦੇ ਹਾਂ ਇਹ ਪੋਜ਼ਿਟਿਵ ਓਵਰਲੈਪ ਦੀ ਐਗਜ਼ਾਮਪਲ ਹੈ। ਔਰ ਇਹ ਵਾਲੀ ਐਗਜ਼ਾਮਪਲ ਅਸੀਂ ਨੈਗੇਟਿਵ ਵਾਲੀ ਸਾਈਡ ਕਰਕੇ ਦੇਖਦੇ ਹਾਂ। ਇੱਧਰ ਸਾਡਾ ਪੀਐਕਸ ਆਰਬਿਟਲ ਹੈ, ਇੱਕ ਅਸੀਂ ਸੈਕੰਡ ਪੀਐਕਸ ਆਰਬਿਟਲ ਲਿਆ ਵਾ। ਦੋਨਾਂ ਦੇ ਵਿੱਚ ਇਹ ਜ਼ੈਡ ਐਕਸਿਸ ਹੈ ਜਿਹੜਾ ਸਾਡਾ ਰੈਫਰੈਂਸ ਐਕਸਿਸ ਹੈ, ਜਿਹਨੂੰ ਅਸੀਂ ਇੰਟਰਨਿਊਕਲੀਅਸ ਐਕਸਿਸ ਵੀ ਕਹਿ ਦਿੰਦੇ ਹਾਂ। ਵੇਖੋ ਜੀ ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ, ਇੱਧਰ ਪੋਜ਼ਿਟਿਵ ਇੱਧਰ ਨੈਗੇਟਿਵ। ਇਹ ਸਾਡੀ ਨੈਗੇਟਿਵ ਓਵਰਲੈਪ ਦੀ ਐਗਜ਼ਾਮਪਲ ਹੋ ਗਈ। ਉਸ ਤੋਂ ਬਾਅਦ ਪੀ ਵਾਈ ਦੇ ਵਿੱਚ ਵੀ ਦੀ ਐਗਜ਼ਾਮਪਲ ਆ ਸਕਦੀ ਹੈ। ਇੱਧਰ ਸਾਡਾ ਪੀ ਵਾਈ ਆਰਬਿਟਲ ਹੈ, ਇੱਧਰ ਵੀ ਸਾਡਾ ਪੀ ਵਾਈ ਆਰਬਿਟਲ ਹੈ। ਵੇਖੋ ਜੀ ਇਹਦੇ ਵਿੱਚ ਜ਼ੈਡ ਜਿਹੜਾ ਸਾਡਾ ਰੈਫਰੈਂਸ ਆ, ਜਿਹਨੂੰ ਅਸੀਂ ਇੰਟਰਨਿਊਕਲੀਅਸ ਐਕਸਿਸ ਕਹਿ ਦਿੰਦੇ ਆ। ਇਹ ਵੀ ਪੋਜ਼ਿਟਿਵ ਸਾਈਡ ਹੈ, ਇਹ ਵੀ ਪੋਜ਼ਿਟਿਵ ਸਾਈਡ, ਇਹ ਵੀ ਨੈਗੇਟਿਵ ਸਾਈਡ, ਇਹ ਵੀ ਨੈਗੇਟਿਵ ਸਾਈਡ। ਮੀਨਸ ਇਹ ਸਾਡੀ ਪੋਜ਼ਿਟਿਵ ਓਵਰਲੈਪ ਦੀ ਐਗਜ਼ਾਮਪਲ ਹੈ। ਨੈਗੇਟਿਵ ਦੇ ਵਿੱਚ ਗੱਲ ਕਰ ਲਓ, ਨੈਗੇਟਿਵ ਦੇ ਵਿੱਚ ਕੀ ਹੁੰਦਾ ਪਿਆ ਜੀ। ਨੈਗੇਟਿਵ ਦੇ ਵਿੱਚ ਇਹ ਵੀ ਸਾਡਾ ਪੀ ਵਾਈ ਹੈ ਔਰ ਇਹ ਵੀ ਸਾਡਾ ਪੀ ਵਾਈ ਹੈ, ਔਰ ਇਹ ਵੀ ਸਾਡਾ ਪੀ ਵਾਈ ਹੈ, ਇਹ ਵੀ ਸਾਡਾ ਪੀ ਵਾਈ ਹੈ। ਔਰ ਇਹਦੇ ਵਿੱਚ ਕੀ ਆ ਜੀ, ਇਹ ਵਾਲੀ ਜਿਹੜੀ ਲਾਈਨ ਹੈ ਦੀ ਰੈਫਰੈਂਸ ਲਾਈਨ ਹੈ। ਇਹ ਜਿਹੜੇ ਦੋਨੋਂ ਪੀ ਵਾਈ ਹੈ, ਦੋਨੋਂ ਪੀ ਵਾਈ ਹੈ, ਉਹ ਕੀ ਕਰਦੇ ਪਏ ਜੀ ਆਪਸ ਦੇ ਵਿੱਚ ਓਵਰਲੈਪਿੰਗ ਕਰਦੇ ਪਏ। ਇੱਧਰ ਦੇਖੋ ਇੱਥੋਂ ਓਵਰਲੈਪਿੰਗ ਹੁੰਦੀ ਹੈ, ਇੱਥੋਂ ਓਵਰਲੈਪਿੰਗ ਹੁੰਦੀ ਪਈ। ਕਿਹੜੀ ਜਗ੍ਹਾ ਤੋਂ ਹੁੰਦੀ ਪਈ ਆ, ਸਾਈਡ ਤੋਂ ਦੋਨੋਂ ਕਹਿ ਸਕਦੇ ਦੋਨੋਂ ਸਾਈਡ ਤੋਂ ਹੁੰਦੀ ਪਈ ਹੈ। ਇੱਥੇ ਵੀ ਸਾਈਡ ਤੋਂ ਹੁੰਦੀ ਪਈ, ਇੱਥੇ ਵੀ ਸਾਈਡ ਤੋਂ ਹੁੰਦੀ ਪਈ ਹੈ। ਹੁਣ ਇਹਦੇ ਵਿੱਚ ਇੱਧਰ ਪੋਜ਼ਿਟਿਵ ਹੈ, ਇੱਧਰ ਨੈਗੇਟਿਵ ਹੈ, ਇੱਧਰ ਨੈਗੇਟਿਵ ਇੱਧਰ ਪੋਜ਼ਿਟਿਵ। ਮੀਨ ਇਹ ਸਾਡੀ ਨੈਗੇਟਿਵ ਓਵਰਲੈਪ ਦੀ ਐਗਜ਼ਾਮਪਲ ਹੈ। ਉਸ ਤੋਂ ਬਾਅਦ ਇਹ ਅਸੀਂ ਸਿਰਫ ਪੀਪੀ ਆਰਬਿਟਲ ਦੀ ਗੱਲ ਕਰਦੇ ਪਏ ਹਾਂ। ਨੈਕਸਟ ਅਸੀਂ ਗੱਲ ਕਰਾਂਗੇ ਪੀ ਔਰ ਐਸ ਆਰਬਿਟਲ ਦੀ। ਇਹਦੇ ਵਿੱਚ ਵੇਖੋ ਜੀ ਕੀ ਹੁੰਦਾ ਪਿਆ ਵਾ। ਇਹਦੇ ਵਿੱਚ ਅਸੀਂ ਇੱਕ ਸਾਈਡ ਤੇ ਪੀਜ਼ੈਡ ਆਰਬਿਟਲ ਲਿਆ ਵਾ ਔਰ ਇੱਕ ਸਾਈਡ ਤੇ ਐਸ ਆਰਬਿਟਲ ਲਿਆ। ਤੁਹਾਨੂੰ ਪਤਾ ਜਿਹੜਾ ਸਾਡਾ ਐਸ ਆਰਬਿਟਲ ਹੁੰਦਾ ਵਾ ਉਹਦੇ ਵਿੱਚ ਸਿਰਫ ਇੱਕ ਹੀ ਰੂਮ ਹੁੰਦਾ ਔਰ ਇਹਦੇ ਵਿੱਚ ਮਿਨੀਮਮ 1 ਇਲੈਕਟ੍ਰੋਨ ਮੈਕਸਿਮਮ 2 ਇਲੈਕਟ੍ਰੋਨ ਆ ਸਕਦੇ ਆ। ਹੁਣ ਵੇਖੋ ਜੀ ਇੱਧਰ ਸਾਡਾ ਪੀਜ਼ੈਡ ਆਰਬਿਟਲ ਆ, ਇੱਧਰ ਸਾਡਾ ਐਸ ਆਰਬਿਟਲ ਆ। ਦੋਨੋਂ ਆਪਸ ਦੇ ਵਿੱਚ ਕੀ ਕਰਦੇ ਪਏ ਜੀ, ਓਵਰਲੈਪਿੰਗ ਕਰਦੇ ਪਏ ਆ। ਦੇਖੋ ਇੱਧਰ ਨੈਗੇਟਿਵ ਹੈ, ਇੱਧਰ ਪੀਜ਼ੈਡ ਦਾ ਪੋਜ਼ਿਟਿਵ ਹੈਗਾ, ਇੱਧਰ ਐਸ ਦਾ ਪੋਜ਼ਿਟਿਵ ਹੈਗਾ। ਇਹ ਸਾਡੀ ਪੋਜ਼ਿਟਿਵ ਓਵਰਲੈਪ ਦੀ ਐਗਜ਼ਾਮਪਲ ਹੈ। ਨੈਗੇਟਿਵ ਵੱਲ ਚੈੱਕ ਕਰ ਲਓ। ਨੈਕਸਟ ਦੇ ਵਿੱਚ ਵੀ ਇਦਾਂ ਹੀ ਜੀ, ਪੀਜ਼ੈਡ ਅਸੀਂ ਆਰਬਿਟਲ ਲਿਆ ਵਾ, ਇੱਧਰ ਅਸੀਂ ਐਸ ਆਰਬਿਟਲ ਲਿਆ ਵਾ। ਐਸ ਔਰ ਪੀਜ਼ੈਡ ਦੋਨੋਂ ਕੀ ਕਰਦੇ ਪਏ, ਓਵਰਲੈਪਿੰਗ ਕਰਦੇ ਪਏ ਆ। ਇੱਧਰ ਪੀਜ਼ੈਡ ਦਾ ਪੋਜ਼ਿਟਿਵ ਆ ਗਿਆ, ਇੱਧਰ ਨੈਗੇਟਿਵ ਆ ਗਿਆ, ਇੱਧਰ ਐਸ ਦਾ ਪੋਜ਼ਿਟਿਵ ਆ ਗਿਆ। ਔਰ ਇਹ ਕਿਹਦੀ ਐਗਜ਼ਾਮਪਲ ਹੈ, ਨੈਗੇਟਿਵ ਓਵਰਲੈਪ ਦੀ। ਔਰ ਉਸ ਤੋਂ ਬਾਅਦ ਬਈ ਇਹਦੇ ਵਿੱਚ ਅਸੀਂ ਇੱਕ ਚੀਜ਼ ਦੀ ਗੱਲ ਕਰਨੀ ਭੁੱਲ ਹੀ ਗਏ। ਅਸੀਂ ਲਿਖਿਆ ਸੀ ਇਹਦੇ ਵਿੱਚ ਡੈਫੀਨੇਸ਼ਨ ਦੇ ਵਿੱਚ ਵੇਖੋ ਔਰ ਜ਼ੀਰੋ ਓਵਰਲੈਪ। ਜਿਹੜਾ ਜ਼ੀਰੋ ਦੀ ਐਗਜ਼ਾਮਪਲ ਕਿਹੜੀ ਹੋਊਗੀ ਵੇਖੋ ਇੱਕ ਮਿੰਟ। ਹੁਣ ਜ਼ੀਰੋ ਓਵਰਲੈਪ ਦੀ ਗੱਲ ਕਰ ਲੈਂਦੇ। ਜ਼ੀਰੋ ਦੇ ਵਿੱਚ ਬਹੁਤ ਹੀ ਸਿੰਪਲ ਜੀ ਗੱਲ ਹੈ ਜੀ। ਵੇਖੋ ਇੱਕ ਮਿੰਟ, ਤੁਹਾਨੂੰ ਉਹਨੇ ਦੱਸ ਕੇ ਹਟਿਆ ਕਿ ਇਹ ਹਾਫ ਫਿਲਡ ਹੁੰਦੇ ਆ।
ਇੱਧਰ ਵੀ ਇੱਕ ਇਲੈਕਟ੍ਰੋਨ ਹੁੰਦਾ ਵਾ, ਇੱਧਰ ਵੀ ਇੱਕ ਇਲੈਕਟ੍ਰੋਨ ਹੁੰਦਾ ਵਾ। ਕਹਿ ਸਕਦੇ ਇੱਕ ਇਲੈਕਟ੍ਰੋਨ ਦੀ ਜਗ੍ਹਾ ਖਾਲੀ ਹੁੰਦੀ ਹੈ। ਉਹ ਕਿਉਂ ਖਾਲੀ ਹੁੰਦੀ ਹੈ? ਕਿਉਂਕਿ ਉਹਦੇ ਵਿੱਚ ਦੂਸਰਾ ਕੋਈ ਆਰਬਿਟਲ ਆ ਕੇ ਓਵਰਲੈਪਿੰਗ ਕਰਦਾ ਵਾ, ਆਪਦੇ ਇਲੈਕਟ੍ਰੋਨ ਸ਼ੇਅਰ ਕਰਦਾ ਵਾ ਔਰ ਬੌਂਡਿੰਗ ਕਰਦਾ ਵਾ। ਇਹਦੇ ਵਿੱਚ ਵੇਖੋ ਜੀ ਸਿੰਪਲ ਜੀ ਗੱਲ ਆ, ਜ਼ੀਰੋ ਓਵਰਲੈਪ ਦੇ ਵਿੱਚ ਕੀ ਹੁੰਦਾ ਪਿਆ ਵਾ, ਇੱਕ ਅਸੀਂ ਇਹਦੇ ਵਿੱਚ ਕੀ ਲਿਆ ਜੀ, px ਆਰਬਿਟਲ ਲਿਆ ਵਾ, ਇੱਕ ਅਸੀਂ s ਆਰਬਿਟਲ ਲਿਆ ਵਾ, ਔਰ ਦੋਨਾਂ ਦੇ ਵਿੱਚ ਸਾਡਾ ਰੈਫਰੈਂਸ ਹੈ ਜਿਹਨੂੰ ਅਸੀਂ z ਐਕਸਿਸ ਬੋਲ ਦਿੰਦੇ ਆ ਜਾਂ z ਆਰਬਿਟਲ ਬੋਲ ਦਿੰਦੇ ਆ। ਵੇਖੋ ਜੀ ਇਹਦੇ ਵਿੱਚ ਓਵਰਲੈਪਿੰਗ ਕਿੱਦਾਂ ਹੁੰਦੀ ਪਈ ਹੈ। ਜਿਹੜੀ ਓਵਰਲੈਪਿੰਗ ਹੈ, s ਜਿਹੜਾ ਆਰਬਿਟਲ ਆ ਉਹ ਨਾ ਤੇ ਪੋਜ਼ਿਟਿਵ ਵਾਲੀ ਸਾਈਡ ਜਾਂਦਾ ਪਿਆ ਨਾ ਨੈਗੇਟਿਵ ਵਾਲੀ ਸਾਈਡ ਜਾਂਦਾ ਪਿਆ, ਬਿਲਕੁਲ ਕਿੱਥੇ ਜਾਂਦਾ ਪਿਆ ਜੀ, ਸੈਂਟਰ ਦੇ ਵਿੱਚ। ਔਰ ਸੈਂਟਰ ਦੇ ਵਿੱਚ ਤੁਹਾਨੂੰ ਪਤਾ ਕੋਈ ਵੀ ਇਲੈਕਟ੍ਰੋਨ ਨਹੀਂ ਹੈਗਾ। ਇਹ ਹਾਫ ਫੀਲਡ ਕਿੱਥੇ ਆ, ਜਾਂ ਤੇ ਇੱਧਰ ਵਾਲੀ ਉੱਪਰ ਵਾਲੀ ਸਾਈਡ ਤੋਂ ਜਾਂ ਨੀਚੇ ਵਾਲੀ ਸਾਈਡ ਤੋਂ, ਬਿਲਕੁਲ ਸੈਂਟਰ ਵਾਲੀ ਸਾਈਡ ਦੇ ਵਿੱਚ ਕੋਈ ਇਲੈਕਟ੍ਰੋਨ ਨਹੀਂ ਹੈਗਾ। ਔਰ ਇਸ ਕਰਕੇ ਇਹ ਕਿਹਦੀ ਐਗਜ਼ਾਮਪਲ ਬਣ ਜਾਂਦੀ ਹੈ, ਜ਼ੀਰੋ ਓਵਰਲੈਪ ਦੀ, ਕਿਉਂਕਿ ਇਹਦੇ ਸੈਂਟਰ ਦੇ ਵਿੱਚ ਕੋਈ ਵੀ ਇਲੈਕਟ੍ਰੋਨ ਅਵੇਲੇਬਲ ਨਹੀਂ ਹੁੰਦਾ ਜਿੱਥੇ ਇਹਦੀ ਓਵਰਲੈਪਿੰਗ ਹੁੰਦੀ ਪਈ ਹੈ। ਇਦਾਂ ਇੱਕ ਆਪਾਂ ਐਗਜ਼ਾਮਪਲ ਹੋਰ ਬਣਾ ਲੈਂਦੇ ਹਾਂ। ਇਹਦੇ ਵਿੱਚ ਵੇਖੋ ਜੀ ਇੱਕ ਮੈਂ px ਆਰਬਿਟਲ ਲਿਆ ਵਾ, ਇੱਕ py ਲਿਆ ਵਾ, ਔਰ ਇਹਦੇ ਵਿੱਚ ਮੈਂ z ਐਕਸਿਸ ਵੀ ਲਿਆ ਵਾ। ਵੇਖੋ ਜੀ ਇਹ ਤਿੰਨੇ ਆਪਸ ਦੇ ਵਿੱਚ ਕੋਈ ਵੀ ਕਹਿ ਸਕਦੇ ਆ ਕਿ ਕਿਤੇ ਵੀ ਇਹਨਾਂ ਦੀ ਆਰਬਿਟਲ ਕਹਿ ਸਕਦੇ ਆ, ਇਹਨਾਂ ਦੀ ਕੋਈ ਵੀ ਓਵਰਲੈਪਿੰਗ ਨਹੀਂ ਹੁੰਦੀ ਪਈ, ਨਾ ਤੇ ਇਸ ਸਾਈਡ ਤੋਂ ਹੁੰਦੀ ਪਈ ਹੈ ਨਾ ਇਸ ਸਾਈਡ ਤੋਂ ਹੁੰਦੀ ਪਈ ਹੈ। ਔਰ ਇਸ ਕਰਕੇ ਇੱਕ ਇਹਦੀ ਐਗਜ਼ਾਮਪਲ ਵੀ ਬਣ ਜਾਂਦੀ ਹੈ ਜ਼ੀਰੋ ਓਵਰਲੈਪ ਦੀ, ਕਿਉਂਕਿ ਜਿੱਥੋਂ ਵੀ ਇਹ ਜੁੜਦੇ ਪਏ ਆ, ਵੇਖੋ ਇਹ ਇੱਥੋਂ ਜੁੜਦੇ ਪਏ ਇਸ ਜਗ੍ਹਾ ਦੇ ਉੱਤੋਂ, ਕਿਉਂਕਿ ਇਹਨਾਂ ਦੇ ਵਿੱਚ ਐਕਸਿਸ ਜਿਹੜਾ ਵਾ ਇਹਨਾਂ ਨੂੰ ਕਾਮਨ ਕਰਦਾ ਪਿਆ ਵਾ। ਲੇਕਿਨ ਸੈਂਟਰ ਦੇ ਵਿੱਚ ਤਾਂ ਕੋਈ ਇਲੈਕਟ੍ਰੋਨ ਸੈਂਟਰ ਦੇ ਵਿੱਚ ਕੋਈ ਇਲੈਕਟ੍ਰੋਨ ਅਵੇਲੇਬਲ ਨਹੀਂ ਹੈਗਾ, ਇਸ ਕਰਕੇ ਇਹ ਵੀ ਜ਼ੀਰੋ ਓਵਰਲੈਪ ਦੀ ਐਗਜ਼ਾਮਪਲ ਬਣ ਜਾਂਦੀ ਹੈ। ਉਸ ਤੋਂ ਬਾਅਦ ਬੇਟੇ ਇਹਦੇ ਵਿੱਚ ਇੱਕ ਹੋਰ ਚੀਜ਼ ਸਮਝਣ ਵਾਲੀ ਆ, ਇਹਦੇ ਵਿੱਚ ਹੋਰ ਇੱਕ ਚੀਜ਼ ਸਮਝਣ ਵਾਲੀ ਆ, ਉਹ ਪਲੀਜ਼ ਕੋਈ ਥੋੜਾ ਜਿਹਾ ਉਹਨੂੰ ਆਪਾਂ ਕਹਿ ਸਕਦੇ ਹਾਂ ਧਿਆਨ ਨਾਲ ਵੇਖਣਾ ਵਾ। ਇਹਦੇ ਵਿੱਚ ਵੇਖੋ ਜੀ ਜਿਹੜਾ ਇਹ ਪੋਜ਼ਿਟਿਵ ਜਾਂ ਜਿਹੜਾ ਨੈਗੇਟਿਵ ਹੈ ਕੀ ਆ, ਇਹ ਚਾਰਜ ਹੈ ਇੱਥੇ, ਜਾਂ ਇਹ ਇੱਥੇ ਇਲੈਕਟ੍ਰੋਨ ਹੈ, ਜਾਂ ਇਹ ਕਲੌਕਵਾਈਜ਼ ਹੈ ਐਂਟੀ ਕਲੌਕਵਾਈਜ਼, ਜਾਂ ਕਹਿ ਸਕਦੇ ਪੋਜ਼ਿਟਿਵ ਦਾ ਮੀਨ ਕਲੌਕਵਾਈਜ਼ ਹੈ, ਨੈਗੇਟਿਵ ਦਾ ਮੀਨ ਐਂਟੀ ਕਲੌਕਵਾਈਜ਼ ਹੈ। ਨਹੀਂ, ਇਹਦੇ ਵਿੱਚ ਇਹਦਾ ਮੈਂ ਮੀਨਿੰਗ ਦੱਸਿਆ ਵਾ, ਵੇਖੋ ਇੱਕ ਮਿੰਟ ਜੀ, ਆਪਾਂ ਇੱਥੇ ਗੱਲ ਕਰਦੇ ਹਾਂ, ਇੱਕ ਅਸੀਂ ਪੋਜ਼ਿਟਿਵ ਲਿਆ ਵਾ, ਇੱਕ ਅਸੀਂ ਨੈਗੇਟਿਵ ਲਿਆ ਵਾ। ਇੱਥੇ ਨਾ ਤੇ ਇਹਦਾ ਮੀਨਿੰਗ ਹੈਗਾ ਚਾਰਜ, ਇਸੇ ਕਰਕੇ ਲਿਖਿਆ ਨੋ ਚਾਰਜ, ਇੱਥੇ ਇਹਦਾ ਮੀਨਿੰਗ ਇਹ ਨਹੀਂ ਕਿ ਚਾਰਜ ਆ। ਉਸ ਤੋਂ ਬਾਅਦ ਇਹਦੇ ਨਾਲ ਮੈਂ ਲਿਖਿਆ ਨੋ ਇਲੈਕਟ੍ਰੋਨ, ਮੀਨ ਜਿਹੜਾ ਪੋਜ਼ਿਟਿਵ ਔਰ ਨੈਗੇਟਿਵ ਦਾ ਇਹ ਵੀ ਮਤਲਬ ਨਹੀਂ ਕਿ ਇੱਥੇ ਇਲੈਕਟ੍ਰੋਨ ਪ੍ਰੈਜ਼ੈਂਟ ਆ। ਔਰ ਇੱਥੇ ਇੱਕ ਹੋਰ ਆਪਾਂ ਗੱਲ ਲਿਖਣੀ ਆ, ਇੱਥੇ ਇਹ ਨਹੀਂ ਪਤਾ, ਇੱਥੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿਵੇਂ ਸਾਡਾ ਪੋਜ਼ਿਟਿਵ ਸਾਡਾ ਕਲੌਕਵਾਈਜ਼ ਹੈ ਜਾਂ ਫਿਰ ਨੈਗੇਟਿਵ ਸਾਡਾ ਐਂਟੀ ਕਲੌਕਵਾਈਜ਼ ਹੈ। ਠੀਕ ਹੈ ਜੀ, ਇਹਦੇ ਵਿੱਚ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜਾ ਪੋਜ਼ਿਟਿਵ ਸਾਡਾ ਕਲੌਕਵਾਈਜ਼ ਆ ਜਾਂ ਨੈਗੇਟਿਵ ਸਾਡਾ ਐਂਟੀ ਕਲੌਕਵਾਈਜ਼। ਇਹ ਵੀ ਆਪਾਂ ਕਹਿ ਸਕਦੇ ਹਾਂ, ਇਹਨੂੰ ਥੋੜਾ ਸਾਫ਼ ਕਰਕੇ ਲਿਖਣਾ, ਇੱਕ ਮਿੰਟ ਪਲੀਜ਼ ਵੇਟ ਕਰਨਾ, ਇਹਨੂੰ ਆਪਾਂ ਥੋੜਾ ਜਿਹਾ ਸਾਫ਼ ਕਰਕੇ ਲਿਖ ਦਿੰਦੇ ਹਾਂ। ਇੱਥੇ ਪੋਜ਼ਿਟਿਵ ਦਾ ਮੀਨਿੰਗ ਇਹ ਨਹੀਂਗਾ ਕਿ ਆਪਾਂ ਕਹਿ ਸਕਦੇ ਹਾਂ ਇਹਦਾ ਇਹ ਮੀਨਿੰਗ ਨਹੀਂਗਾ, ਇਹਦੇ ਆਪਾਂ ਲਿਖ ਦਿੰਦੇ ਨੋ ਕਲੌਕਵਾਈਜ਼, ਆਪਾਂ ਸ਼ਾਰਟ 'ਚ ਲਿਖ ਦਿੰਦੇ ਹਾਂ ਨੋ ਕਲੌਕਵਾਈਜ਼, ਔਰ ਨੈਗੇਟਿਵ ਦਾ ਮੀਨ ਨੋ ਐਂਟੀ ਕਲੌਕਵਾਈਜ਼। ਇੱਥੇ ਨਾ ਦੇ ਪੋਜ਼ਿਟਿਵ ਔਰ ਨੈਗੇਟਿਵ ਦਾ ਮੀਨਿੰਗ ਚਾਰਜ ਆ, ਨਾ ਹੀ ਪੋਜ਼ਿਟਿਵ ਨੈਗੇਟਿਵ ਦਾ ਮੀਨਿੰਗ ਇਲੈਕਟ੍ਰੋਨ ਆ, ਔਰ ਨਾ ਹੀ ਪੋਜ਼ਿਟਿਵ ਨੈਗੇਟਿਵ ਦਾ ਮੀਨ ਕਲੌਕਵਾਈਜ਼ ਔਰ ਐਂਟੀ ਕਲੌਕਵਾਈਜ਼ ਹੈ। ਫਿਰ ਇਹਦਾ ਮਤਲਬ ਕੀ ਆ ਪੋਜ਼ਿਟਿਵ ਨੈਗੇਟਿਵ ਦਾ? ਇੱਥੇ ਮਤਲਬ ਹੈਗਾ ਜੀ, ਆਪਾਂ ਆਹ ਵਾਲੀ ਲਾਈਨ ਨੂੰ ਫੋਲੋ ਕਰਦੇ ਹਾਂ, ਦੇ ਕੈਨ ਓਨਲੀ ਸ਼ੋ ਪੋਜੀਸ਼ਨ ਆਫ ਆਰਬਿਟਲ ਇਨ ਵੇਵ ਫਾਰਮ। ਇਹ ਤੁਹਾਡੀ ਬੁੱਕ ਦੇ ਵਿੱਚ ਵੀ ਚੀਜ਼ ਦਿੱਤੀ ਆ। ਇੱਥੇ ਕੀ ਹੈ ਜੀ, ਜਿਹੜੇ ਵੀ ਪੋਜ਼ਿਟਿਵ ਨੈਗੇਟਿਵ ਆ ਉਹ ਕੀ ਕਰਦੇ ਪਏ ਜੀ, ਆਰਬਿਟਲ ਦੀ ਪੋਜੀਸ਼ਨ ਸ਼ੋ ਕਰਦੇ ਪਏ ਆ। ਕਿਹਦੇ ਵਿੱਚ ਸ਼ੋ ਕਰਦੇ ਪਏ? ਵੇਵ ਫਾਰਮ ਦੇ ਵਿੱਚ। ਉਹਦੇ ਵਾਸਤੇ ਮੈਂ ਨੀਚੇ ਡਾਇਗਰਾਮ ਲਈ ਆ, ਇਦਾਂ ਕਰਕੇ ਇੱਕ ਮੈਂ ਐਕਸਿਸ ਲਿਆ ਵਾ ਵਾਈ ਐਕਸਿਸ, ਔਰ ਇਧਰ ਮੈਂ ਇੱਕ ਮੀਨ ਲਾਈਨ ਲਈ ਆ, ਉਹਦੇ ਤੇ ਇਹੋ ਮੈਂ ਦੋ ਵੇਵ ਬਣਾਈਆਂ ਵਾ। ਵੇਖੋ ਜੀ ਇਹ ਵੇਵ ਕੀ ਸ਼ੋ ਕਰਦੀਆਂ ਪਈਆਂ ਵਾ, ਇਹ ਵੇਵ ਦੀ ਆਪਾਂ ਕਹਿ ਸਕਦੇ ਹਾਂ, ਇਹਨੂੰ ਸ਼ੋ ਕਰਨ ਵਾਸਤੇ ਕੀ ਕੀਤਾ ਜੀ। ਵੇਖੋ ਪਹਿਲਾਂ ਆਪਾਂ ਸਿਰਫ ਪੋਜ਼ਿਟਿਵ ਦੀ ਗੱਲ ਕਰਾਂਗੇ, ਇਹਦੇ ਵਿੱਚ ਸਿਰਫ ਆਪਾਂ ਪੋਜ਼ਿਟਿਵ ਦੀ ਗੱਲ ਕਰਾਂਗੇ। ਵੇਖੋ ਪੋਜ਼ਿਟਿਵ ਵਾਸਤੇ ਕੀ ਹੈ ਜੀ, ਮੰਨ ਲਓ ਤੁਹਾਡਾ, ਆਪਾਂ ਪਹਿਲਾਂ ਇਹ ਐਗਜ਼ਾਮਪਲ ਫੋਲੋ ਕਰਦੇ ਹਾਂ। ਮੰਨ ਲਓ ਜਿਹੜੀ ਲਾਈਨ ਤੁਹਾਡੀ ਆ PZ ਵਾਸਤੇ ਹੈ, ਔਰ ਜਿਹੜੀ ਨੀਚੇ ਵਾਲੀ ਲਾਈਨ ਆ ਉਹ ਵੀ ਸੈਕੰਡ PZ ਵਾਸਤੇ ਹੈ। ਸਾਡੇ ਕੋਲ ਦੋ PZ ਹੈ ਨਾ, ਦੋਨੋਂ ਵਾਸਤੇ ਹੈ। ਵੇਖੋ ਜੀ ਜਿਹੜੀ ਇੱਕ ਵੇਵ ਆ ਥੋੜੀ ਜੀ ਜ਼ਿਆਦਾ, ਉਹਦੀ ਪੀਕ ਜ਼ਿਆਦਾ ਵਾ, ਕਹਿ ਸਕਦੇ ਦੀ ਹਾਈਟ ਜ਼ਿਆਦਾ ਵਾ, ਔਰ ਇੱਕ ਹੀ ਪੁਆਇੰਟ ਤੋਂ ਇੰਟਰਸੈਕਟ ਕਰਕੇ ਨੀਚੇ ਜਾਣ ਦੀ ਹੈ, ਫਿਰ ਉੱਪਰ ਜਾਣ ਦੀ ਹੈ। ਮੰਨ ਲਓ ਜਿਹੜੀ ਸੈਕੰਡ PZ ਦੀ ਵੇਵ ਆ ਉਹ ਥੋੜਾ, ਉਹਦੀ ਪੀਕ ਥੋੜੀ ਘੱਟ ਆ, ਉਹ ਵੀ ਸੇਮ ਪੁਆਇੰਟ ਤੋਂ ਇੰਟਰਸੈਕਟ ਕਰਕੇ ਉੱਪਰ ਨੀਚੇ ਜਾਣ ਦੀ ਹੈ। ਕਹਿ ਸਕਦੇ ਆ ਪੋਜ਼ਿਟਿਵ ਆ, ਇਹ ਨੈਗੇਟਿਵ ਆ, ਇਹ ਪੋਜ਼ਿਟਿਵ ਹੈ। ਵੇਖੋ ਜੀ ਇੱਕ ਵਾਰੀ PZ ਦੋਨੋਂ ਸਾਈਡ ਪੋਜ਼ਿਟਿਵ ਹੈ, ਮੀਨ ਇਹ ਵਾਲੀ ਪੋਜੀਸ਼ਨ ਫੋਲੋ ਕਰਦਾ ਪਿਆ। ਫਿਰ ਇੱਕ ਸਾਈਡ ਦੋਨੋਂ ਨੈਗੇਟਿਵ ਹੈ, ਇਧਰ ਵੀ ਨੈਗੇਟਿਵ, ਕਹਿ ਸਕਦੇ ਇਹ ਵਾਲੀ ਪੋਜੀਸ਼ਨ ਫੋਲੋ ਕਰਦਾ। ਫਿਰ ਪੋਜ਼ਿਟਿਵ ਹੈ, ਇਦਾਂ ਕਰਕੇ ਜਿਹੜਾ ਇਹਦਾ ਪੋਜੀਸ਼ਨ ਹੈ ਉਹ ਚੇਂਜ ਹੁੰਦਾ ਰਹਿੰਦਾ। ਕਹਿ ਸਕਦੇ ਦੋਨੋਂ ਆਰਬਿਟਲ ਹੈ, ਵੇਵ ਫਾਰਮ ਦੇ ਵਿੱਚ ਆ, ਔਰ ਦੋਨਾਂ ਦੀ ਪੋਜੀਸ਼ਨ ਇੱਕ ਵਾਰੀ ਪੋਜ਼ਿਟਿਵ, ਇੱਕ ਵਾਰੀ ਨੈਗੇਟਿਵ, ਇੱਕ ਵਾਰੀ ਪੋਜ਼ਿਟਿਵ, ਇਦਾਂ ਸ਼ੋ ਹੋਣ ਅੱਗੇ ਚੱਲਦਾ ਜਾਊਗਾ। ਮੈਂ ਸਿਰਫ ਇੰਨੀ ਕਿ ਡਾਇਗਰਾਮ ਬਣਾਈ ਹੈ। ਇਹਨੂੰ ਆਪਾਂ ਬੋਲ ਸਕਦੇ ਹਾਂ ਸਾਈਨ, ਇਹਨੂੰ ਬੋਲ ਸਕਦੇ ਹਾਂ ਕੌਸ, ਫਿਰ ਸਾਈਨ, ਇਦਾਂ ਕਰਕੇ ਅੱਗੇ ਚੱਲਦਾ ਜਾਊਗਾ ਕੰਟੀਨਿਊ। ਹੁਣ ਆਪਾਂ ਗੱਲ ਕਰ ਲਈ ਜੀ ਨੈਗੇਟਿਵ ਓਵਰਲੈਪ ਦੀ। ਨੈਗੇਟਿਵ ਵਾਸਤੇ ਵੇਖੋ ਜੀ ਮਾੜਾ ਜਿਹਾ ਇੱਕ ਮਿੰਟ,